ਹੈਲੋ ਸਟੂਡੈਂਟਸ, ਅੱਜ ਆਪਾਂ ਹਿਸਟਰੀ ਦਾ ਫਸਟ ਚੈਪਟਰ ਰੀਡ ਕਰਨ ਜਾ ਰਹੇ ਹਾਂ ਜੋ ਹੈ ਉਹਦੇ ਵਿੱਚ ਫਸਟ ਕੁਐਸਚਨ ਜੌਨ ਲਾਰੈਂਸ ਦਾ ਸ਼ਾਸਨ ਪ੍ਰਬੰਧ। ਹਾਂਜੀ, ਆਪਾਂ ਇਹਦੇ ਵਿੱਚ ਦੋ ਕੁਐਸਚਨਸ ਬਣਦੇ ਹੈ। ਅੰਗਰੇਜ਼ਾਂ ਨੇ ਪੰਜਾਬ ਵਿੱਚ ਆਪਣਾ ਰਾਜ ਮਜ਼ਬੂਤ ਕਰਨ ਲਈ 1849 ਤੋਂ 1857 ਈਸਵੀ ਤੱਕ ਕਿਹੜੇ ਪ੍ਰਸ਼ਾਸਨਿਕ ਢੰਗ ਅਪਣਾਏ, ਉਹਨਾਂ ਦਾ ਵਰਣਨ ਕਰੋ। ਠੀਕ ਹੈ, ਜੌਨ ਲਾਰੈਂਸ ਨੇ ਜੋ ਵੀ ਚੀਫ ਕਮਿਸ਼ਨਰ ਦੇ ਰੂਪ ਦੇ ਵਿੱਚ ਜੋ ਵੀ ਉਸਨੇ ਕੰਮ ਕੀਤੇ ਤੇ ਉਸ ਨੂੰ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਉਹਨਾਂ ਤੋਂ ਕੀ ਲਾਭ ਹੋਇਆ, ਇਹ ਕੁਐਸਚਨ ਅੱਜ ਆਪਾਂ ਡਿਸਕਸ ਕਰਾਂਗੇ ਬੇਟੇ। ਹਾਂਜੀ, ਜੌਨ ਲਾਰੈਂਸ 1853 ਈਸਵੀ ਤੋਂ ਲੈ ਕੇ 1858 ਈਸਵੀ ਦੇ ਸਮੇਂ ਦੇ ਵਿੱਚ ਪੰਜਾਬ ਦਾ ਕਮਿਸ਼ਨਰ ਰਿਹਾ ਸੀ। ਠੀਕ ਹੈ, 1853 ਈਸਵੀ ਤੋਂ ਲੈ ਕੇ 1858 ਈਸਵੀ ਵਿੱਚ। ਹਾਂਜੀ ਬੇਟੇ, ਤੁਸੀਂ ਅੰਡਰਲਾਈਨ ਕਰ ਲਓ, ਜਿਹੜਾ ਜੌਨ ਲਾਰੈਂਸ ਸੀ ਉਹ 1857 ਈਸਵੀ ਤੋਂ ਲੈ ਕੇ 1858 ਈਸਵੀ ਦੇ ਸਮੇਂ ਦੌਰਾਨ ਪੰਜਾਬ ਦਾ ਚੀਫ ਕਮਿਸ਼ਨਰ ਰਿਹਾ ਸੀ। ਠੀਕ ਹੈ, ਉਸ ਦੀ ਸ਼ਾਸਨ ਦੇ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਸੀ। ਜਿਸ ਟਾਈਮ ਉਸ ਦਾ ਸ਼ਾਸਨ ਕਾਲ ਸੀ ਉੱਥੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਸੀ। ਜੌਨ ਲਾਰੈਂਸ ਦੀ ਬੜੀ ਖੁਸ਼ਕਿਸਮਤੀ ਸੀ ਜੋ ਉਸਨੇ ਬੋਰਡ ਦੇ ਉਸ ਸ਼ਾਸਨ ਦਾ ਆਧਾਰ ਪਹਿਲਾਂ ਹੀ ਤਿਆਰ ਕਰ ਦਿੱਤਾ ਸੀ ਵੀ ਉਸਨੇ ਆਪਣੇ ਬੋਰਡ ਦੇ ਸ਼ਾਸਨ ਦੇ ਆਧਾਰ ਵਿੱਚ ਕੀ ਕੰਮ ਕਰਨੇ ਹਨ, ਕੀ ਉਸਨੇ ਕਾਰਜਕਾਲ ਦਾ ਸੰਖੇਪ ਵੇਰਵਾ ਜੋ ਵੀ ਹੈਗਾ ਉਹ ਆਪਣਾ ਹੇਠਾਂ ਦਿੱਤਾ ਗਿਆ ਹੈ। ਸਭ ਤੋਂ ਪਹਿਲਾ ਪੁਆਇੰਟ ਬੇਟਾ ਜਿਹੜਾ ਬਣਦਾ ਹੈ ਜੌਨ ਲਾਰੈਂਸ ਦੇ ਕਾਰਜਕਾਲ ਟਾਈਮ, ਉਹ ਹੈਗਾ ਲੋਕਾਂ ਨਾਲ ਵਿਅਕਤੀਗਤ ਸੰਪਰਕ। ਪਹਿਲਾ ਪੁਆਇੰਟ ਕੀ ਬਣਦਾ ਹੈ? ਲੋਕਾਂ ਨਾਲ ਵਿਅਕਤੀਗਤ ਸੰਪਰਕ। ਹਾਂਜੀ, ਉਹਨਾਂ ਨੇ ਪਰਸਨਲ ਕੰਟੈਕਟ ਕਿਵੇਂ ਰੱਖੇ ਸੀ ਪਿਊਪਲਸ ਨਾਲ। ਜੌਨ ਲਾਰੈਂਸ ਨੇ ਪੰਜਾਬ ਦੇ ਪ੍ਰਸ਼ਾਸਨਿਕ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਪੰਜਾਬ ਪ੍ਰਾਂਤ ਨੂੰ 7 ਡਿਵੀਜ਼ਨਾਂ ਵਿੱਚ ਵੰਡ ਦਿੱਤਾ ਗਿਆ ਸੀ। ਕਿੰਨੇ ਡਿਵੀਜ਼ਨਾਂ ਵਿੱਚ ਪੰਜਾਬ ਨੂੰ ਵੰਡਿਆ ਗਿਆ ਸੀਗਾ? 7 ਡਿਵੀਜ਼ਨਾਂ ਵਿੱਚ, ਤੇ ਹਰ ਇੱਕ ਡਿਵੀਜ਼ਨ ਦਾ ਇੱਕ ਕਮਿਸ਼ਨਰ ਹੁੰਦਾ ਸੀ। ਉਸ ਦਾ ਮੁੱਖ ਕੰਮ ਸੀ ਜਿਹੜਾ ਉਹ ਆਪਣੇ ਅਧੀਨ ਡਿਵੀਜ਼ਨ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣਾ ਸੀ। ਠੀਕ ਹੈ, ਉਸ ਦਾ ਜਿਹੜਾ ਮੁੱਖ ਕੰਮ ਸੀ ਉਹ ਕੀ ਸੀ? ਸ਼ਾਂਤੀ ਵਿਵਸਥਾ ਨੂੰ ਬਣਾ ਕੇ ਰੱਖਣਾ। ਠੀਕ ਹੈ, ਉਹਨੇ ਅੱਗੋਂ ਡਿਵੀਜ਼ਨ ਨੂੰ ਅੱਗੇ ਜ਼ਿਲ੍ਹਿਆਂ ਵਿੱਚ ਵੰਡਤਾ ਸੀ। ਕਿਹਦੇ ਵਿੱਚ ਵੰਡਤਾ ਸੀ? ਜ਼ਿਲ੍ਹਿਆਂ ਦੇ ਵਿੱਚ। ਹਰ ਇੱਕ ਜ਼ਿਲ੍ਹਾ ਇੱਕ ਡਿਪਟੀ ਕਮਿਸ਼ਨਰ ਦੇ ਅਧੀਨ ਹੁੰਦਾ ਸੀ। ਠੀਕ ਹੈ, ਹਰ ਇੱਕ ਜ਼ਿਲ੍ਹੇ ਦਾ ਇੱਕ ਡਿਪਟੀ ਕਮਿਸ਼ਨਰ ਹੁੰਦਾ ਸੀ। ਡਿਪਟੀ ਕਮਿਸ਼ਨਰ ਨੂੰ ਬਹੁਤ ਸਾਰੇ ਅਧਿਕਾਰ ਪ੍ਰਾਪਤ ਸਨ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਕਈ ਕੰਮ ਉਹਨੂੰ ਦਿੱਤੇ ਗਏ ਸਨ। ਇਹ ਸਭ ਕੁਝ ਕਿਸ ਨੇ ਕੰਮ ਕੀਤੇ ਸਨ? ਜੌਨ ਲਾਰੈਂਸ ਨੇ। ਠੀਕ ਹੈ, ਉਸ ਨੂੰ ਜੱਜ, ਮਾਲੀਆ ਇਕੱਠਾ ਕਰਨ ਅਤੇ ਕਈ ਵਾਰੀ ਪੁਲਿਸ ਅਫਸਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਸਨ। ਠੀਕ ਹੈ, ਉਹਨਾਂ ਨੂੰ ਜ਼ਿਲ੍ਹਾ ਅਫਸਰ ਦੇ, ਪੁਲਿਸ ਵਰਗੀਆਂ ਅਫਸਰ ਦੀਆਂ ਜ਼ਿੰਮੇਵਾਰੀਆਂ ਵੀ ਉਹਨਾਂ ਨੂੰ ਨਿਭਾਉਣੀਆਂ ਪੈਂਦੀਆਂ ਸਨ। ਠੀਕ ਹੈ, ਉਹਨਾਂ ਨੇ ਲੋਕਾਂ ਨਾਲ ਇਸ ਤਰ੍ਹਾਂ ਦੇ ਸੰਪਰਕ ਸਥਾਪਿਤ ਕਰ ਲਏ ਸਨ ਵੀ ਉਸਨੇ ਪੰਜਾਬੀਆਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਸੀ ਵੀ ਇਹ ਜੌਨ ਲਾਰੈਂਸ ਐਵੇਂ ਦੇ ਕੰਮ ਕਰੂਗਾ। ਉਹਨੇ ਵਿਅਕਤੀਆਂ ਨਾਲ ਐਵੇਂ ਦੇ ਹੌਸਲੇ ਬੁਲੰਦ ਕੀਤੇ ਸਨ ਵੀ ਮੈਂ ਉਹਨਾਂ ਦਾ ਦਿਲ ਜਿੱਤ ਲਾਂਗਾ। ਠੀਕ ਹੈ, ਉਹਨਾਂ ਲੋਕਾਂ ਦੇ ਮਨਾਂ ਵਿੱਚ ਅੰਗਰੇਜ਼ਾਂ ਦੇ ਪ੍ਰਤੀ ਸੰਦੇਹ ਦੀ ਭਾਵਨਾ ਪੈਦਾ ਕੀਤੀ ਸੀ। ਲੋਕਾਂ ਦੇ ਪ੍ਰਤੀ ਅੰਗਰੇਜ਼ਾਂ ਲਈ ਪਿਆਰ ਪ੍ਰਤੀ ਭਾਵਨਾ ਜਿਹੜੀ ਸੀ ਉਹਨਾਂ ਨੇ ਪੈਦਾ ਕੀਤੀ ਸੀ। ਠੀਕ ਹੈ, ਉਹਨਾਂ ਨੇ ਅੰਗਰੇਜ਼ੀ ਰਾਜ ਉਹਨਾਂ ਦਾ ਆਪਣਾ ਰਾਜ ਹੈ। ਉਹਨੇ ਕੀ ਸਾਬਿਤ ਕਰਨਾ ਚਾਹੁੰਦਾ ਸੀ? ਜਿਹੜਾ ਅੰਗਰੇਜ਼ੀ ਰਾਜ ਹੈ ਨਾ ਉਹ ਆਪਣਾ ਰਾਜ ਹੈ। ਅੰਗਰੇਜ਼ ਦੇ ਟਾਈਮ ਦੇ ਵਿੱਚ ਪੰਜਾਬੀਆਂ ਦੇ ਦਿਲਾਂ ਨੂੰ ਜਿੱਤਣ ਵਾਲਾ ਕੌਣ ਸੀ? ਜੌਨ ਲਾਰੈਂਸ। ਠੀਕ ਹੈ, ਅੱਗੋਂ ਆ ਜਾਂਦਾ ਬੇਟੇ, ਉਹਨੇ ਜੌਨ ਲਾਰੈਂਸ ਨੇ ਛੇਤੀ ਹੀ ਪੰਜਾਬੀਆਂ ਦੇ ਦਿਲਾਂ ਨੂੰ ਜਿੱਤ ਲਿਆ ਸੀ। ਠੀਕ ਹੈ, ਅੱਗੋਂ ਆ ਗਿਆ ਬੇਟੇ ਨੈਕਸਟ ਪੁਆਇੰਟ, ਉੱਤਰ ਪੱਛਮੀ ਸੀਮਾ ਨੀਤੀ। ਜੌਨ ਲਾਰੈਂਸ ਨੇ ਜਿਹੜੀ ਨੀਤੀ ਅਪਣਾਈ ਸੀ ਉਹ ਕਿਹੜੀ ਸੀ? ਉੱਤਰ ਪੱਛਮੀ ਸੀਮਾ ਨੀਤੀ। ਜੌਨ ਲਾਰੈਂਸ ਨੇ ਉੱਤਰ ਪੱਛਮੀ ਸੀਮਾ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ। ਇਸ ਸੀਮਾ 'ਤੇ ਉਹਨੇ ਬਹੁਤ ਸਾਰੇ ਖੁੰਖਾਰ ਕਬਾਇਲੇ ਵੀ ਰਹਿੰਦੇ ਸਨ। ਠੀਕ ਹੈ, ਜਿਵੇਂ ਕੁਝ ਕਦਮ ਐਵੇਂ ਦੇ ਚੱਕੇ ਸਨ ਬੋਰਡ ਦੇ ਪ੍ਰਤੀ ਉਸਨੂੰ, ਪਰ ਇੰਨੀ ਕੋਈ ਖਾਸ ਸਫਲਤਾ ਇਸ ਕੰਮ ਦੇ ਵਿੱਚੋਂ ਪ੍ਰਾਪਤ ਨਹੀਂ ਹੋਈ ਸੀ। ਜੌਨ ਲਾਰੈਂਸ ਨੇ ਇਹਨਾਂ ਕਬੀਲਿਆਂ ਪ੍ਰਤੀ ਨੀਤੀ ਅਪਣਾਉਣ ਸੰਬੰਧੀ 2 ਵਿਚਾਰ ਸਨ। ਉਹਨੇ ਇਹ ਨੀਤੀ ਅਪਣਾਉਣ ਲਈ 2 ਵਿਚਾਰ ਅਪਣਾਏ ਸਨ। ਪਹਿਲਾ ਵਿਚਾਰ ਕੀ ਸੀਗਾ? ਉਹਨਾਂ ਦੇ ਇਲਾਕਿਆਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਕੁਚਲ ਦਿੱਤਾ ਜਾਵੇ, ਤੇ ਦੂਜਾ ਵਿਚਾਰਧਾਰਾ ਕੀ ਸੀ ਵੀ ਉਹਨਾਂ ਨੂੰ ਨਾ ਕੁਚਲਿਆ ਜਾਵੇ। ਸੁਤੰਤਰਤਾ ਪ੍ਰੇਮੀ ਅਤੇ ਆਦਤ ਤੋਂ ਖੁਰਦੀ ਹਨ। ਉਹ 2 ਤਰ੍ਹਾਂ ਦੀਆਂ ਤਕਨੀਕਾਂ ਅਪਣਾਉਣਾ ਚਾਹੁੰਦਾ ਸੀ। ਵਿਚਾਰਧਾਰਾ ਉਹਦੇ ਮਨ 'ਚ ਆਈਆਂ, ਜੇ ਸਰਕਾਰ ਇਹ ਜਿਹਾ ਕਰੇਗੀ ਤਾਂ ਕਬੀਲਿਆਂ ਨੂੰ ਕਾਬੂ ਹੇਠ ਰੱਖਣਾ ਬੜਾ ਔਖਾ ਹੋ ਜਾਏਗਾ। ਜੌਨ ਲਾਰੈਂਸ ਨੇ ਇਹ ਕਾਫੀ ਸੋਚ ਵਿਚਾਰ ਕੀਤਾ ਤੇ ਉਸਨੇ ਆਪਣੀ ਜਿਹੜੀ ਦੂਜੀ ਵਿਚਾਰਧਾਰਾ ਦੇ ਮਨ ਵਿੱਚ ਲਿਆਉਂਦੀ ਸੀ ਨਾ ਉਹ ਵਿਚਾਰਧਾਰਾ ਅੱਗੇ ਰੱਖ ਦਿੱਤੀ।
ਕੀ ਸੀਗੀ, ਸਰਹੱਦੀ ਕਬੀਲਿਆਂ ਨਾਲ ਉਲਝਣਾ ਨਹੀਂ ਚਾਹੁੰਦਾ ਸੀ। ਉਹਨੂੰ ਕਬੀਲਿਆਂ ਦੇ ਪ੍ਰਦੇਸ਼ਾਂ ਉੱਤੇ ਅਧਿਕਾਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਹਨੇ ਕੋਈ ਕੋਸ਼ਿਸ਼ ਨਹੀਂ ਕੀਤੀ ਵੀ ਮੈਂ ਉਹਨਾਂ ਦੇ ਪ੍ਰਦੇਸ਼ਾਂ ਦੇ ਉੱਤੇ ਅਧਿਕਾਰ ਅਪਣਾਵਾਂ, ਜਾਂ ਕਬੀਲਿਆਂ ਦੁਆਰਾ ਕੀਤੀ ਜਾ ਰਹੀ ਜੋ ਵੀ ਲੁੱਟਮਾਰ ਹੁੰਦੀ ਸੀ ਉਹਨੂੰ ਸਹਿਣ ਵੀ ਨਹੀਂ ਕਰ ਪਾਉਂਦਾ ਸੀ। ਉਹ ਕੌਣ? ਜੌਨ ਲੌਰੈਂਸ। ਕਿਹੜੀ ਨੀਤੀ ਦੇ ਵਿੱਚ? ਉੱਤਰ ਪੱਛਮੀ ਸੀਮਾ ਨੀਤੀ ਦੇ ਵਿੱਚ। ਠੀਕ ਹੈ, ਜੌਨ ਲੌਰੈਂਸ ਨੇ ਉੱਤਰ ਪੱਛਮੀ ਸੀਮਾ ਖੇਤਰਾਂ ਵਿੱਚ ਕਈ ਨਵੇਂ ਜ਼ਿਲ੍ਹਿਆਂ ਦਾ ਨਿਰਮਾਣ ਕਰਵਾਇਆ ਸੀ। ਠੀਕ ਹੈ, ਇਹ ਨੀਤੀ ਦੇ ਵਿੱਚ ਉਹਨੇ ਕਈ ਜ਼ਿਲ੍ਹਿਆਂ ਦਾ ਨਿਰਮਾਣ ਵੀ ਕਰਵਾਇਆ ਸੀਗਾ। ਕਿਹੜੀ ਨੀਤੀ ਦੇ ਵਿੱਚ? ਹਮਲਿਆਂ ਨੂੰ ਰੋਕਣ ਲਈ ਜੌਨ ਲੌਰੈਂਸ ਨੇ ਉੱਤਰ ਪੱਛਮੀ ਸੀਮਾ ਖੇਤਰਾਂ ਵਿੱਚ ਕਈ ਨਵੇਂ ਜ਼ਿਲ੍ਹਿਆਂ ਦਾ ਨਿਰਮਾਣ ਕਰਵਾਇਆ। ਬੇਟੇ ਇਸ ਲਾਈਨ ਨੂੰ ਅੰਡਰਲਾਈਨ ਕਰ ਲਓ। ਨੈਕਸਟ ਆ ਗਿਆ ਬੇਟੇ, ਬੋਰਡ ਦੇ ਸਮੇਂ ਸਥਾਪਿਤ ਕੀਤੀਆਂ ਗਈਆਂ ਗਾਈਡ ਕਾਰਪਸ ਅਤੇ ਪੰਜਾਬ ਫਰੰਟੀਅਰ ਫੋਰਸ ਨੂੰ ਵਧੇਰੇ ਮਜ਼ਬੂਤ ਵੀ ਕਰ ਦਿੱਤਾ ਸੀ ਉਹਨੇ। ਠੀਕ ਹੈ, 1849 ਈਸਵੀ ਤੋਂ ਲੈ ਕੇ 1856 ਈਸਵੀ ਦੇ ਵਿਚਕਾਰ ਜੋ ਵੀ ਵਿਦਰੋਹੀ ਕਬੀਲਿਆਂ ਦੇ ਵਿਰੁੱਧ 12 ਸੈਨਿਕ ਮੁਹਿੰਮਾਂ ਭੇਜੀਆਂ ਗਈਆਂ, ਉਹਨਾਂ ਨੂੰ ਸਜ਼ਾਵਾਂ ਵੀ ਦਿੱਤੀਆਂ ਗਈਆਂ ਸਨ। ਠੀਕ ਹੈ, ਉਹਨਾਂ ਨੂੰ ਸਜ਼ਾ ਵੀ ਦਿੱਤੀ ਗਈ। ਇਸ ਦੇ ਨਾਲ ਨਾਲ ਜੌਨ ਲੌਰੈਂਸ ਨੇ ਪ੍ਰਸ਼ਾਸਨਿਕ ਬੋਰਡ ਵੱਲੋਂ ਕਬੀਲਿਆਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਜਾਰੀ ਰੱਖਿਆ। ਜੋ ਵੀ ਪ੍ਰਸ਼ਾਸਨਿਕ ਬੋਰਡ ਵੱਲੋਂ ਕਬੀਲਿਆਂ ਨੂੰ ਜੋ ਵੀ ਸਹੂਲਤਾਂ ਦਿੱਤੀਆਂ ਗਈਆਂ ਸਨ, ਉਹ ਸਾਰੀਆਂ ਚੀਜ਼ਾਂ ਨੂੰ ਉਸਨੇ ਜਾਰੀ ਰੱਖਿਆ ਸੀ। ਇਸ ਨੀਤੀ ਦੇ ਸਿੱਟੇ ਵਜੋਂ ਉਹ ਕਬੀਲੀ 1857 ਈਸਵੀ ਦੇ ਵਿਦਰੋਹ ਸਮੇਂ ਉਹ ਖਤਰਨਾਕ ਸਿੱਧ ਹੋਏ ਸਨ। ਉਸ ਨੂੰ ਇੰਨਾ ਕੋਈ ਇਹਦੇ ਤੋਂ ਬੈਨੀਫਿਟ ਨਹੀਂ ਮਿਲਿਆ ਇਹ ਨੀਤੀ ਅਪਣਾਉਣ ਨਾਲ। ਇਹ ਸਾਰਾ ਕੁਝ ਖਤਰਨਾਕ ਹੀ ਸਿੱਧ ਹੋਇਆ ਸੀ। ਨੈਕਸਟ ਪੁਆਇੰਟ ਆ ਜਾਂਦਾ ਬੇਟੇ ਆਪਣਾ ਜਾਗੀਰਦਾਰੀ ਪ੍ਰਤੀ ਨੀਤੀ। ਜਾਗੀਰਦਾਰਾਂ ਪ੍ਰਤੀ ਨੀਤੀ ਜਿਹੜੀ ਉਹਨੇ ਅਪਣਾਈ ਸੀ ਉਹ ਕਿਹੜੀ ਸੀ? ਜੌਨ ਲੌਰੈਂਸ ਨੇ ਜਾਗੀਰਦਾਰੀ ਪ੍ਰਤੀ ਖਿਲਾਫ ਸੀ। ਇਹ ਪ੍ਰਥਾ ਦੇ ਉਹ ਬਹੁਤ ਖਿਲਾਫ ਸੀਗਾ। ਇਹ ਪ੍ਰਥਾ ਨੂੰ ਬਿਲਕੁਲ ਖਤਮ ਕਰਨਾ ਚਾਹੁੰਦਾ ਸੀ ਵੀ ਜਾਗੀਰਦਾਰ ਦੀ ਜਿਹੜੀ ਪ੍ਰਥਾ ਹੈ ਨਾ ਉਸ ਨੂੰ ਖਤਮ ਕਰਨਾ ਚਾਹੁੰਦਾ ਸੀ। ਉਹਨਾਂ ਨੂੰ ਜਾਗੀਰਾਂ ਦਾ ਲੈ ਲਈਆਂ, ਪਰ ਉਹਨਾਂ ਦੇ ਗੁਜ਼ਾਰੇ ਲਈ ਬੜੀਆਂ ਖੁੱਲ੍ਹੀਆਂ ਪੈਨਸ਼ਨਾਂ ਦੇ ਦਿੱਤੀਆਂ ਉਸ ਨੂੰ। ਜਾਗੀਰਦਾਰਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ 'ਤੇ ਹਰ ਸਾਲ ਵਿਚਾਰ ਕੀਤਾ ਜਾਂਦਾ ਸੀ। ਜੋ ਵੀ ਉਹਨਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਸੀ ਹਰ ਸਾਲ ਉਹਨਾਂ 'ਤੇ ਵਿਚਾਰ ਕੀਤਾ ਜਾਂਦਾ ਸੀ ਅਤੇ ਸਰਕਾਰ ਦੇ ਪ੍ਰਤੀ ਵਫਾਦਾਰੀ ਦੇਖ ਕੇ ਉਹਨਾਂ ਨੂੰ ਅਗਲੇ ਸਾਲ ਦੀ ਪੈਨਸ਼ਨ ਦੇ ਦਿੱਤੀ ਜਾਂਦੀ ਸੀ। ਇਸ ਕਾਰਨ ਜਾਗੀਰਦਾਰ ਅੰਗਰੇਜ਼ੀ ਸਰਕਾਰ ਦੇ ਪੱਕੇ ਸਮਰਥਕ ਬਣ ਗਏ। ਹਾਂਜੀ, ਉਹਨਾਂ ਨੂੰ ਮੇਨ ਜਿਹੜਾ ਮੋਟਿਵ ਬੇਟਾ ਕੀ ਸੀ ਇਹਦੇ ਵਿੱਚ ਵੀ ਅੰਗਰੇਜ਼ਾਂ ਦੇ ਪ੍ਰਤੀ ਪਿਆਰ ਦੀ ਭਾਵਨਾ ਲਿਆਉਣੀ ਪੰਜਾਬ ਦੇ ਵਿੱਚ। ਠੀਕ ਹੈ, ਉਹਨੇ ਉਸ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਵੀ ਪੰਜਾਬ ਦੇ ਲੋਕ ਅੰਗਰੇਜ਼ਾਂ ਤੋਂ ਖੁਸ਼ ਹੋ ਜਾਣ। ਠੀਕ ਹੈ, ਅੱਗੇ ਆ ਗਿਆ ਬੇਟੇ ਇਹਨਾਂ ਦੀ ਵਫਾਦਾਰੀ ਨੂੰ ਵੇਖ ਕੇ ਜੋ ਵੀ ਉਹਨੇ ਕੰਮ ਕੀਤੇ, ਜੌਨ ਲੌਰੈਂਸ ਨੇ ਸਰਕਾਰੀ ਕਰਮਚਾਰੀਆਂ ਨੂੰ ਜਗੀਰਾਂ ਦੇਣਾ ਦੀ ਪ੍ਰਥਾ ਨੂੰ ਬੰਦ ਕਰ ਦਿੱਤਾ ਵੀ ਜੋ ਵੀ ਸਰਕਾਰੀ ਕਰਮਚਾਰੀ ਨੇ ਉਹਨਾਂ ਦੀ ਜਿਹੜੀ ਹੁਣ ਸਿੱਧੀ ਭਰਤੀ ਹੋਏਗੀ ਉਹ ਕਿਹਨਾਂ ਦੇ ਥਰੂ ਹੋਏਗੀ? ਸੈਨਿਕਾਂ ਦੇ ਥਰੂ ਹੋਏਗੀ। ਠੀਕ ਹੈ, ਅੱਗੋਂ ਆ ਗਿਆ ਬੇਟੇ ਜਾਗੀਰਦਾਰਾਂ ਦੀ ਜਿਹੜੀ ਸੈਨਾ ਨੂੰ ਭੰਗ ਕਰ ਦਿੱਤਾ ਗਿਆ ਅਤੇ ਸੈਨਿਕਾਂ ਦੀ ਭਰਤੀ ਹੁਣ ਸਿੱਧੀ ਸਰਕਾਰ ਰਾਹੀਂ ਕਰ ਦਿੱਤੀ ਗਈ। ਆਦੇ ਅਧੀਨ ਨਹੀਂ ਲਈ, ਕਿਹਦੇ ਅਧੀਨ ਕਰ ਦਿੱਤੀ ਗਈ? ਸਰਕਾਰ ਦੇ ਅਧੀਨ ਕਰ ਦਿੱਤੀ ਗਈ। ਜਿਹੜੀ ਇਹ ਨੀਤੀ ਸੀ ਉਹ ਅੰਗਰੇਜ਼ਾਂ ਲਈ ਬੜੀ ਲਾਹੇਵੰਦ ਸਿੱਧ ਹੋਈ ਸੀ। ਠੀਕ ਹੈ, ਜਿਹੜੀ ਇਹ ਨੀਤੀ ਅਪਣਾਈ ਉਹ ਅੰਗਰੇਜ਼ਾਂ ਲਈ ਇੱਕ ਬੜੀ ਲਾਹੇਵੰਦ ਸਿੱਧ ਹੋਈ। ਕਿੱਥੇ ਅਪਣਾਈ ਸੀ ਉਹਨੇ ਨੀਤੀ? ਪੰਜਾਬ ਦੇ ਵਿੱਚ ਜਾਗੀਰਦਾਰਾਂ ਦੀ ਪ੍ਰਥਾ ਨੂੰ ਮੁਕਾ ਦੇਣਾ ਚਾਹੁੰਦਾ ਸੀ ਉਹ। ਠੀਕ ਹੈ, ਆਪਣਾ ਨੈਕਸਟ ਪੁਆਇੰਟ ਬੇਟਾ ਬਣਦਾ 4th ਪੁਆਇੰਟ, ਖੇਤੀਬਾੜੀ ਦਾ ਵਿਕਾਸ। ਬੇਟੇ ਜਿਹੜੇ ਪੁਆਇੰਟਸ ਹੁੰਦੇ ਆ ਉਹਨਾਂ ਨੂੰ ਅੰਡਰਲਾਈਨ ਕਰਿਆ ਕਰੋ। ਨੈਕਸਟ ਪੁਆਇੰਟ ਹੈ ਖੇਤੀਬਾੜੀ ਦਾ ਵਿਕਾਸ। ਪੰਜਾਬ ਦੇ ਲੋਕਾਂ ਦਾ ਮੁੱਖ ਧੰਦਾ ਸੀ ਜਿਹੜਾ ਉਹ ਕੀ ਸੀ? ਖੇਤੀਬਾੜੀ। ਇਸ ਲਈ ਜੌਨ ਲੌਰੈਂਸ ਨੇ ਖੇਤੀਬਾੜੀ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ। ਜੋ ਵੀ ਖੇਤੀਬਾੜੀ ਦੇ ਵਿੱਚ ਜੋ ਵੀ ਖੇਤੀ ਉਹ ਕਰਦੇ ਸਨ, ਜੋ ਕੋਈ ਬੰਜਰ ਭੂਮੀ ਪਈ ਸੀ ਉਹਨੂੰ ਕਿਹਦੇ ਵਿੱਚ ਲਿਆਇਆ ਉਹ ਵੀ ਉਹ ਜ਼ਮੀਨ ਨੂੰ ਵਾਹਿਆ ਜਾਵੇ, ਉਹ ਜ਼ਮੀਨ ਨੂੰ ਉਪਜਾਊ ਬਣਾਇਆ ਜਾਵੇ, ਬੰਜਰ ਜ਼ਮੀਨ ਨੂੰ ਖਤਮ ਕਰ ਦਿੱਤਾ ਜਾਵੇ। ਜੋ ਵੀ ਕਿਸਾਨਾਂ ਦੇ ਪ੍ਰਤੀ ਔਂਕੜਾਂ ਸੀ ਸਾਰੀਆਂ ਔਂਕੜਾਂ ਦਾ ਉਹਨੇ ਕੀ ਕੀਤਾ ਇਹਦੇ ਵਿੱਚ ਪੁਆਇੰਟ ਵਿੱਚ ਉਹਦਾ ਸਾਹਮਣਾ ਕੀਤਾ। ਠੀਕ ਹੈ, ਉਪਜਾਊ ਭੂਮੀ ਤੋਂ ਜੋ ਵੀ ਲਗਾਨ ਘੱਟ ਕਰ ਦਿੱਤੇ ਗਏ, ਉਹਨਾਂ ਦੀ ਲਗਾਨ ਦੀ ਕਾਫੀ ਜੋ ਮਾਤਰਾ ਸੀ ਉਹ ਦਰ ਘੱਟ ਕਰ ਦਿੱਤੀ ਗਈ। ਠੀਕ ਹੈ, ਉਸ ਨੇ ਸਿੰਚਾਈ ਦੀਆਂ ਸਹੂਲਤਾਂ ਨੂੰ ਵਧਾ ਦਿੱਤਾ ਗਿਆ, ਨਹਿਰਾਂ ਵਧਾ ਦਿੱਤੀਆਂ ਗਈਆਂ ਵੀ ਖੇਤੀ ਜਲਦੀ ਤੋਂ ਜਲਦ ਉਪਯੋਗੀ ਵਿੱਚ ਲਿਆਂਦੀ ਜਾਵੇ, ਉਪਜਾਊ ਵਿੱਚ ਲਿਆਂਦੀ ਜਾਵੇ। ਸਾਰੀ ਬੰਜਰ ਜ਼ਮੀਨ ਜੋ ਵੀ ਕਿਸਾਨਾਂ ਦੀ ਸੀ ਉਸ ਨੂੰ ਕਿਸ ਵਿੱਚ ਲਿਆਂਦਾ ਗਿਆ?
ਵੀ ਆਪਣੀ ਜ਼ਮੀਨ ਨੂੰ ਤੁਸੀਂ ਲਾਹੇਵੰਦ ਬਣਾਓ, ਉਸ ਨੂੰ ਤੁਸੀਂ ਬੀਜੋ, ਨਾ ਕਿ ਉਸ ਨੂੰ ਬੰਜਰ ਰਹਿਣ ਦਿਓ। ਠੀਕ ਹੈ, ਉਸਨੇ ਸਿੰਚਾਈ ਸਹੂਲਤਾਂ, ਨਹਿਰਾਂ ਦਾ ਵੱਧ ਤੋਂ ਵੱਧ ਪ੍ਰਬੰਧ ਕਰ ਦਿੱਤਾ ਗਿਆ। ਜੌਨ ਲਾਰੈਂਸ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਵਾਹੀ ਅਧੀਨ ਲਿਆਉਣ ਲਈ ਉਤਸ਼ਾਹਿਤ ਕੀਤਾ ਵੀ ਤੁਸੀਂ ਇਹ ਚੀਜ਼ਾਂ ਨੂੰ ਵਾਹੀ ਅਧੀਨ ਲਿਆਓ। ਫਿਰ ਉਸਨੇ ਇੱਕ ਬੇਟੇ ਸੰਸਥਾ ਦਾ ਨਿਰਮਾਣ ਕੀਤਾ ਸੀ, ਉਸ ਨੂੰ ਅੰਡਰਲਾਈਨ ਕਰੋ, ਐਗਰੀ ਹਾਰਟੀਕਲਚਰ ਸੁਸਾਇਟੀ। ਠੀਕ ਹੈ, ਉਹਦੀ ਇੱਕ ਸਥਾਪਨਾ ਕੀਤੀ ਸੀ, ਜਿਸ ਇਹ ਸੰਸਥਾ ਦੇ ਵਿੱਚ ਉਸਨੇ ਕਪਾਹ, ਗੰਨਾ, ਤੰਬਾਕੂ, ਸ਼ਲਗਮ ਅਤੇ ਕੁਝ ਫਲਦਾਰ ਦਰਖਤਾਂ ਦੀਆਂ ਨਵੀਆਂ ਕਿਸਮਾਂ ਬਾਰੇ ਤਜਰਬੇ ਕੀਤੇ ਸਨ। ਠੀਕ ਹੈ, ਉਹਨਾਂ ਨੇ ਆਪਣੇ ਆਧੁਨਿਕ ਢੰਗਾਂ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਵੀ ਆਪਾਂ ਇਸ ਨੂੰ ਕਿਸਾਨਾਂ ਨੂੰ ਉਤਸ਼ਾਹ ਕਰਨਾ ਹੈ ਵੀ ਉਹਨਾਂ ਦੇ ਉਤਪਾਦਨ ਕਿਵੇਂ ਵੱਧ ਸਕਦੇ ਨੇ, ਨਵੀਆਂ ਕਿਸਮਾਂ ਨਾਲ ਕਿਵੇਂ ਫਸਲਾਂ ਦਾ ਉਤਪਾਦਨ ਹੋ ਸਕਦਾ ਹੈ। ਇਸ ਦੇ ਵਿੱਚ ਸਾਰੇ ਉਸਨੇ ਕੀ ਕੀਤਾ ਸੀ, ਖੇਤੀਬਾੜੀ ਦਾ ਜੋ ਕੀਤਾ ਸੀ ਵਿਕਾਸ ਕੀਤਾ ਸੀ। ਨੈਕਸਟ ਪੁਆਇੰਟ ਆ ਜਾਂਦਾ ਹੈ ਬੇਟੇ ਮੇਨ ਪੁਆਇੰਟ, ਸਿੱਖਿਆ ਸੰਬੰਧੀ ਸੁਧਾਰ। ਉਸਨੇ ਬੇਟੇ ਸਿੱਖਿਆ ਸੰਬੰਧੀ ਸੁਧਾਰ ਵੀ ਲਿਆਉਂਦੇ ਸਨ। ਜੌਨ ਲਾਰੈਂਸ ਨੇ ਪੰਜਾਬ ਦੇ ਵਿੱਚ ਆਧੁਨਿਕ ਸਿੱਖਿਆ ਦੇ ਵਿਕਾਸ ਲਈ ਬਹੁਤ ਉਪਰਾਲੇ ਕੀਤੇ ਸਨ। ਠੀਕ ਹੈ, ਉਸਨੇ ਵਿਦਿਆਰਥੀਆਂ ਨੂੰ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਵਿੱਚ ਜਾ ਕੇ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਵੀ ਇੱਥੇ ਤੁਹਾਨੂੰ ਸਿੱਖਿਆ ਦੀ ਪ੍ਰਾਪਤੀ ਹੋਏਗੀ। ਮੁੱਢਲੀ ਸਿੱਖਿਆ ਲੋਕੀ ਕਿੱਥੇ ਜਾ ਕੇ ਵਿਦਿਆਰਥੀ ਪ੍ਰਾਪਤ ਕਰਦੇ ਸਨ, ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਵਿੱਚ। ਠੀਕ ਹੈ, ਜੌਨ ਲਾਰੈਂਸ ਨੇ 1854 ਈਸਵੀ ਦੇ ਵਿੱਚ ਚਾਰਲਸ ਵੁੱਡ ਦੇ ਸੁਝਾਅ ਨੂੰ ਲਾਗੂ ਕਰਨ ਦੀ ਇੱਕ ਯੋਜਨਾ ਬਣਾਈ ਸੀ। ਪੰਜਾਬ ਦੇ ਵਿੱਚ 1856 ਈਸਵੀ ਵਿੱਚ ਇੱਕ ਵੱਖਰਾ ਸਿੱਖਿਆ ਵਿਭਾਗ ਖੋਲ੍ਹਿਆ ਗਿਆ। 1856 ਈਸਵੀ ਵਿੱਚ ਪੰਜਾਬ ਦੇ ਵਿੱਚ, ਇਸ ਨੂੰ ਅੰਡਰਲਾਈਨ ਕਰੋ, 1856 ਈਸਵੀ ਵਿੱਚ ਸਿੱਖਿਆ ਵਿਭਾਗ ਖੋਲ੍ਹਿਆ ਗਿਆ ਸੀ। ਇਹਨਾਂ ਦੇ ਸੰਚਾਲਨ ਲਈ ਡਾਇਰੈਕਟਰ ਨੂੰ ਨਿਯੁਕਤ ਕੀਤਾ ਗਿਆ ਸੀਗਾ। ਠੀਕ ਹੈ, ਇਸ ਦੀ ਸਹਾਇਤਾ ਲਈ 2 ਇੰਸਪੈਕਟਰ ਲਾਏ ਸੀ, 11 ਡਿਪਟੀ ਇੰਸਪੈਕਟਰ ਲਾਏ ਸੀ ਤੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ 30 ਅਤੇ ਤਹਿਸੀਲਾਂ ਵਿੱਚ 100 ਸਕੂਲਾਂ ਦੀ ਸਥਾਪਨਾ ਕੀਤੀ ਸੀ। ਇਹ ਬੇਟੇ ਜੌਨ ਲਾਰੈਂਸ ਦੇ ਟਾਈਮ ਤੇ ਸਕੂਲਾਂ ਦੀ ਸਥਾਪਨਾ ਹੋਈ ਸੀ ਜਦੋਂ ਅੰਗਰੇਜ਼ਾਂ ਦੀ ਨੀਤੀ ਸੀ, ਅੰਗਰੇਜ਼ਾਂ ਦਾ ਇਸ ਤੇ ਰਾਜ ਸੀ। ਉਦੋਂ ਕੀ ਸੀ, 2 ਇੰਸਪੈਕਟਰ, 11 ਡਿਪਟੀ ਇੰਸਪੈਕਟਰ ਨਿਯੁਕਤ ਕੀਤੇ ਗਏ ਸਨ, 30 ਤਹਿਸੀਲਾਂ ਅਤੇ ਜ਼ਿਲ੍ਹਿਆਂ ਵਿੱਚ 30 ਅਤੇ ਤਹਿਸੀਲਾਂ ਵਿੱਚ 100 ਸਕੂਲਾਂ ਦੀ ਸਥਾਪਨਾ ਕੀਤੀ ਗਈ ਸੀ। ਕੇਂਦਰੀ ਕਾਲਜ ਵੀ ਖੋਲ੍ਹਿਆ ਗਿਆ ਸੀ। ਕਿੱਥੇ ਖੋਲ੍ਹਿਆ ਗਿਆ ਸੀ? ਲਾਹੌਰ ਦੇ ਵਿੱਚ। ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਸਥਾਨਕ ਭਾਸ਼ਾਵਾਂ ਅਤੇ ਕੇਵਲ ਉੱਚਰੀ ਸਿੱਖਿਆ, ਜਿਹੜੀ ਸਭ ਤੋਂ ਉੱਚੀ ਸਿੱਖਿਆ, ਅੰਗਰੇਜ਼ੀ ਮਾਧਿਅਮ ਲਾਗੂ ਕੀਤਾ ਗਿਆ ਸੀਗਾ। ਠੀਕ ਹੈ, ਉਚੇਰੀ ਸਿੱਖਿਆ ਬੇਟੇ ਉਦੋਂ ਅਪਣਾਉਂਦੇ ਸਨ ਅੰਗਰੇਜ਼ੀ ਮਾਧਿਅਮ। ਠੀਕ ਹੈ, ਇਸਤਰੀਆਂ ਦੀ ਸੰਸਥਾਵਾਂ ਵੀ ਸਥਾਪਨ ਕੀਤੇ, ਗਰਲਸ ਕਾਲਜ ਓਪਨ ਕੀਤੇ ਗਏ ਸਨ। ਠੀਕ ਹੈ, ਉਸਨੇ ਕਿਹੜਾ ਸਿੱਖਿਆ ਸੰਬੰਧੀ ਵੀ ਆਪਣੇ ਲਈ ਸੁਧਾਰ ਲਿਆਏ ਸਨ। ਠੀਕ ਹੈ, ਪੰਜਾਬ ਦੇ ਲੋਕਾਂ ਲਈ ਇਹ ਇੱਕ ਜਿਹੜਾ ਵਰਦਾਨ ਸਿੱਧ ਹੋ ਗਿਆ ਸੀ ਵੀ ਉਹਨਾਂ ਨੇ ਸਿੱਖਿਆ ਦੀ ਪ੍ਰਾਪਤੀ ਕੀਤੀ ਸੀ। ਇਸ ਦੇ ਵਿੱਚ ਅੱਗੋਂ ਆ ਗਿਆ ਬੇਟੇ ਕੁੜੀ ਮਾਰ ਪ੍ਰਥਾ ਤੇ ਰੋਕ। ਜੋ ਵੀ ਅੱਗੋਂ ਬੇਟੇ ਪਹਿਲੇ ਦੇ ਟਾਈਮ ਦੇ ਵਿੱਚ ਆਪਣੇ ਭੇਦੀ ਜਾਤ ਵਿੱਚ ਪ੍ਰਚਲਿਤ ਵੀ ਜੰਮਦੀਆਂ ਕੁੜੀਆਂ ਨੂੰ ਮਾਰ ਦਿੱਤੇ ਜਾਂਦੇ ਸਨ, ਉਹਨਾਂ ਤੇ ਉਸਨੇ ਰੋਕ ਲਗਾਈ ਸੀ। ਕਿਸ ਨੇ ਲਗਾਈ ਸੀ? ਜੌਨ ਲਾਰੈਂਸ ਨੇ। ਵੀ ਕੁੜੀਆਂ ਨੂੰ ਜਿੰਦਿਆਂ ਮਾਰ ਦੇਣਾ ਜਾਂ ਹੁੰਦਿਆਂ ਹੀ ਜਦੋਂ ਉਹਨਾਂ ਦਾ ਜਨਮ ਹੁੰਦਾ ਸੀ ਤੇ ਉਸਨੂੰ ਉਦੋਂ ਹੀ ਮਾਰ ਦਿੱਤਾ ਜਾਂਦਾ ਸੀ। ਇਹ ਸਾਰੇ ਦੂਸਰੇ ਵਰਗਾਂ ਦੇ ਲੋਕ ਜੰਮਦੀਆਂ ਕੁੜੀਆਂ ਨੂੰ ਇਸ ਲਈ ਮਾਰ ਦਿੰਦੇ ਸੀ ਕਿ ਉਹਨਾਂ ਦੇ ਵਿਆਹ 'ਤੇ ਕਾਫੀ ਖਰਚ ਕਰਨਾ ਪੈਂਦਾ ਹੈ ਤੇ ਇਸ ਪ੍ਰਥਾ ਨੂੰ ਉਸਨੇ ਰੋਕ ਲਗਾ ਦਿੱਤੀ ਸੀ। ਠੀਕ ਹੈ, ਨੈਕਸਟ ਪੁਆਇੰਟ ਆ ਜਾਂਦਾ ਬੇਟੇ ਕੁਸ਼ਲ ਪੁਲਿਸ ਪ੍ਰਣਾਲੀ। ਜੌਨ ਲਾਰੈਂਸ ਨੇ ਹਰ ਕੀਮਤ ਤੇ ਪੰਜਾਬ ਦੀ ਅੰਦਰੂਨੀ ਸ਼ਾਂਤੀ ਨੂੰ ਕਾਇਮ ਰੱਖਣਾ ਚਾਹੁੰਦਾ ਸੀ। ਉਹ ਕਹਿੰਦਾ ਸੀ ਜਿਹੜੀ ਇੰਟਰਨਲ ਜੋ ਹੈਗੀ ਹੈ ਨਾ ਆਪਣੀ ਸ਼ਾਂਤੀ, ਉਹ ਕਾਇਮ ਰੱਖੀਏ ਆਪਾਂ। ਇਸ ਲਈ ਉਸਨੇ ਪੁਲਿਸ ਪ੍ਰਣਾਲੀ ਨੂੰ ਵਧੇਰੇ ਕੁਸ਼ਲ ਬਣਾਇਆ ਅਤੇ ਉਹਨਾਂ ਦੀ ਨੌਕਰੀਆਂ ਨੂੰ ਪੱਕਾ ਕਰ ਦਿੱਤਾ ਗਿਆ ਵੀ ਜੋ ਵੀ ਪੁਲਿਸ ਪ੍ਰਣਾਲੀ ਉਹਨਾਂ ਦੀ ਨੌਕਰੀਆਂ ਨੂੰ ਪੱਕਾ ਕਰ ਦਿੱਤਾ ਜਾਵੇ। ਬਹਾਦਰੀ ਦਿਖਾਉਣ ਲਈ ਵਿਸ਼ੇਸ਼ ਇਨਾਮ ਵੀ ਦਿੱਤੇ ਗਏ, ਹੋਰ ਵੀ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ। ਜਦੋਂ ਪੰਜਾਬ ਦੇ ਵਿੱਚ ਇਹਦਾ ਨਾਂ ਕਮਾਉਣਾ ਉਦੋਂ ਕੀ ਕੁਝ ਕਰਨਾ ਪੈਂਦਾ। ਠੀਕ ਹੈ ਨਾ, ਉਸਨੇ ਪੰਜਾਬ ਦੇ ਵਿੱਚ ਇੱਕ ਅੰਗਰੇਜ਼ਾਂ ਦਾ ਇਹਦਾ ਨਾਂ ਬਣਾਉਣਾ ਚਾਹੁੰਦਾ ਸੀ। ਇਸ ਕਰਕੇ ਉਸਨੇ ਵਧੇਰੇ ਉਹਨਾਂ ਨੂੰ ਲਾਭਦਾਇਕ ਬਹੁਤ ਸਾਰੇ ਇਹ ਜਿਹੀਆਂ ਚੀਜ਼ਾਂ ਦਿੱਤੀਆਂ ਜੋ ਸਭ ਲਈ ਲਾਭਦਾਇਕ ਵੀ ਸਿੱਧ ਹੋਈਆਂ ਅਤੇ ਖਤਰਨਾਕ ਵੀ ਸਿੱਧ ਹੋਈਆਂ। ਦੋਨੋਂ ਪ੍ਰੋਫਿਟ ਵੀ ਹੋਇਆ ਉਹਨਾਂ ਨੂੰ ਔਰ ਨਹੀਂ ਵੀ ਹੋਇਆ। ਠੀਕ ਹੈ ਨਾ, ਅੱਗੋਂ ਬੇਟੇ ਪੁਆਇੰਟ ਆ ਜਾਂਦਾ ਨਿਆਂ ਸੰਬੰਧੀ ਸੁਧਾਰ। ਜੁਡੀਸ਼ੀਅਲ ਰਿਫਾਰਮਸ ਜਿਹੜੇ ਹੁੰਦੇ ਸੀ ਉਹ ਕੀ ਕਰਦਾ ਸੀ? ਜੌਨ ਲਾਰੈਂਸ ਪੰਜਾਬ ਦੇ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਦੇਣ ਦੀ ਚਾਹਵਾਨ ਸੀ। ਇਸ ਉਦੇਸ਼ ਨਾਲ ਉਸਨੇ ਪੰਜਾਬ ਵਿੱਚ 111 ਨਿਯਮਿਤ ਅਤੇ 104 ਛੋਟੀਆਂ ਅਦਾਲਤਾਂ ਸਥਾਪਿਤ ਕੀਤੀਆਂ ਸੀ। ਉਹਨੇ ਨਿਆਂ ਸੰਬੰਧੀ ਸੁਧਾਰ ਕਰਨ ਲਈ ਅਦਾਲਤਾਂ ਬਣਾ ਦਿੱਤੀਆਂ ਸੀ, ਕੋਰਟਸ ਬਣਾ ਦਿੱਤੇ ਸੀ। ਇਹ ਅਦਾਲਤਾਂ ਲਈ ਸਥਾਪਿਤ ਕੀਤੀਆਂ ਗਈਆਂ ਸਨ ਕਿਸਾਨਾਂ ਨੂੰ ਇਨਸਾਫ ਲੈਣ ਲਈ ਜ਼ਿਆਦਾ ਦੂਰ ਨਾ ਜਾਣਾ ਪਵੇ। 14 ਮੀਲ ਦੀ ਦੂਰ 'ਤੇ ਉਹਨਾਂ ਨੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਐਵੇਂ ਕੋਰਟ ਦੀਆਂ ਨਿਰਮਾਣ ਕਰ ਦਿੱਤਾ ਗਿਆ ਸੀ। ਠੀਕ ਹੈ, ਕਿ ਜ਼ਿਆਦਾ ਗੁੰਝਲਦਾਰ ਹੋਣ ਕਾਰਨ ਵਕੀਲਾਂ ਦੀ ਲੋੜ ਬਹੁਤ ਘੱਟ ਹੁੰਦੀ ਸੀ। ਇਸ ਕਰਕੇ ਉਸਨੇ ਮੁਕੱਦਮੇ ਦੀ ਆਪ ਪੈਰਵਾਈ ਕਰ। ਠੀਕ ਹੈ,
ਉਹਨਾਂ ਨਿਆਂਕਾਰੀ ਹੁੰਦੇ ਸਨ। ਅਦਾਲਤਾਂ ਦੇ ਜੱਜ ਬਹੁਤ ਯੋਗ ਹੁੰਦੇ ਸਨ, ਨਿਪੁੰਨ ਹੁੰਦੇ ਸਨ ਤੇ ਨਿਆਂਕਾਰੀ ਹੁੰਦੇ ਸਨ। ਠੀਕ ਹੈ, ਉਸ ਦੇ ਟਾਈਮ ਤੇ ਉਦੋਂ ਨਿਆਂ ਕਰਨ ਲਈ ਆਪਾਂ ਨੂੰ ਅਦਾਲਤਾਂ ਦਾ ਨਿਰਮਾਣ ਕਰਨਾ ਪਿਆ। ਉਸ ਨੂੰ ਕਿਸ ਦਾ ਨਿਰਮਾਣ ਕਰਨਾ ਪਿਆ? ਅਦਾਲਤਾਂ ਦਾ। ਠੀਕ ਹੈ, ਇਹ ਸਾਰਾ ਕੁਝ ਜਿਹੜਾ ਨਿਆਂ ਸੀਗਾ ਉਹ ਛੇਤੀ ਹੋਣ ਕਾਰਨ ਲੋਕਾਂ ਵਿੱਚ ਕਾਫੀ ਹਰਮਨ ਪਿਆਰਾ ਹੋ ਗਿਆ। ਲੋਕਾਂ ਦੇ ਵਿੱਚ ਬਹੁਤ ਸਾਰੀ ਐਵੇਂ ਦੀਆਂ ਚੀਜ਼ਾਂ ਸਥਾਪਿਤ ਹੋ ਗਈਆਂ ਸੀ ਵੀ ਆਪਣੇ ਲਈ ਇੱਕ ਚੰਗੀ ਸੰਸਥਾ ਦਾ ਜਾਂ ਜੋ ਵੀ ਚੰਗੀ ਨੀਤੀਆਂ ਦਾ ਨਿਰਮਾਣ ਹੋਣ ਜਾ ਰਿਹਾ। ਠੀਕ ਹੈ, ਡਾਕਟਰ ਬਖਸ਼ੀਸ਼ ਨੇ ਇਹ ਬਿਲਕੁਲ ਕਥਨ ਠੀਕ ਕਿਹਾ, ਇੱਕ ਅਦਾਲਤਾਂ ਦੁਆਰਾ ਦਰਸਾਈ ਕਾਰਜ ਕੁਸ਼ਲਤਾ, ਨਿਰਪੱਖਤਾ ਅਤੇ ਤਤਪਰਤਾ ਨੇ ਪ੍ਰਸ਼ਾਸਨ ਨੂੰ ਲੋਕਾਂ ਦੀ ਸਦਭਾਵਨਾ ਨੂੰ ਜਿੱਤਣ ਵਿੱਚ ਬਹੁਤ ਸਹਾਇਤਾ ਕੀਤੀ ਹੈ। ਨੈਕਸਟ ਪੁਆਇੰਟ ਆ ਜਾਂਦਾ ਬੇਟੇ ਲੋਕ ਭਲਾਈ ਦੇ ਕੰਮ। ਉਹਨੇ ਬਹੁਤ ਪਬਲਿਕ ਵੈਲਫੇਅਰ ਦੇ ਸੁਸਾਇਟੀਜ਼ ਦੇ ਵੀ ਬਹੁਤ ਕੰਮ ਕੀਤੇ ਸਨ। ਜੌਨ ਲਾਰੈਂਸ ਨੇ ਪੰਜਾਬ ਦੇ ਲੋਕਾਂ ਨੂੰ ਜਿੱਤਣ ਲਈ ਬਹੁਤ ਕੁਝ ਕੀਤਾ। ਆਪਾਂ ਪਹਿਲਾਂ ਵੀ ਬੇਟੇ ਪੁਆਇੰਟ ਪੜ੍ਹ ਚੁੱਕੇ ਹਾਂ ਉਹਦੇ। ਉਹਨੇ ਲੋਕ ਭਲਾਈ ਦੇ ਬਹੁਤ ਕੰਮ ਕੀਤੇ, ਉਹਨਾਂ ਦੇ ਆਵਾਜਾਈ ਦੇ ਸਾਧਨ ਦਾ ਵੀ ਬਹੁਤ ਵਿਸ਼ੇਸ਼ ਧਿਆਨ ਰੱਖਿਆ ਵੀ ਲੋਕਾਂ ਦੇ ਵਿੱਚ ਡਿਵੈਲਪਮੈਂਟ ਲਿਆਈ, ਪੰਜਾਬ ਦੇ ਵਿੱਚ ਡਿਵੈਲਪਮੈਂਟ ਲਿਆਈ, ਅੰਗਰੇਜ਼ਾਂ ਨੂੰ ਮੁੱਖ ਰੱਖਿਆ। ਠੀਕ ਹੈ, ਉਸ ਨੇ ਪ੍ਰਸ਼ਾਸਨਿਕ ਬੋਰਡ ਦੁਆਰਾ ਸ਼ੁਰੂ ਕੀਤੇ ਗਏ ਸਨ GT ਰੋਡ ਦੇ ਕੰਮ ਨੂੰ ਪੂਰਾ ਕਰਵਾਇਆ ਗਿਆ। ਪਿਸ਼ਾਵਰ, ਰਾਵਲਪਿੰਡੀ, ਮੁਲਤਾਨ, ਸਿਆਲਕੋਟ, ਕੋਹਾਟ ਜੋ ਵੀ ਮਤਲਬ ਇਹ ਜਿਹੜੇ ਸ਼ਹਿਰ ਸਨ ਉਹਨਾਂ ਨੂੰ ਇੱਕ ਦੂਜੇ ਨਾਲ ਜੋੜ ਦਿੱਤਾ ਗਿਆ। ਠੀਕ ਹੈ, ਆਲੇ ਦੁਆਲੇ ਇੰਨੀਆਂ ਸੋਹਣੀਆਂ ਸੜਕਾਂ ਦਾ ਨਿਰਮਾਣ ਕਰ ਦਿੱਤਾ ਗਿਆ। ਛਾਂਦਰ ਰੁੱਖ ਲਵਾਏ ਗਏ ਵੀ ਜਿਹਦੇ ਤੇ ਛਾਂਦਾਰ ਲੋਕੀ ਆਰਾਮ ਵੀ ਕਰ ਸਕਣ, ਆਉਂਦੇ ਜਾਂਦੇ ਲੋਕੀ। ਯਾਤਰੀਆਂ ਦੇ ਠਹਿਰਨ ਲਈ ਸਰਾਵਾਂ ਵੀ ਬਣਾਈਆਂ ਗਈਆਂ। ਠੀਕ ਹੈ, ਹੋਟਲਸ ਬਣਨੇ ਸ਼ੁਰੂ ਹੋ ਗਏ ਉਸ ਟਾਈਮ ਦੇ ਵਿੱਚ। ਮੁਲਤਾਨ ਅਤੇ ਕਰਾਚੀ ਨੂੰ ਰੇਲਾਂ ਰਾਹੀਂ ਜੋੜਿਆ ਗਿਆ। ਜੌਨ ਲਾਰੈਂਸ ਨੇ ਕਰਾਚੀ ਅਤੇ ਮੁਲਤਾਨ ਦੇ ਜੋ ਵੀ ਨਾਂ ਦੇ ਸਟੀਮਰ ਵੀ ਚਲਾਏ ਗਏ। ਪੰਜਾਬ ਦੇ ਕਈ ਪ੍ਰਸਿੱਧ ਸ਼ਹਿਰਾਂ ਵਿੱਚ ਤਾਰ ਵਿਵਸਥਾ ਵੀ ਉਸਨੇ ਸ਼ੁਰੂ ਕਰ ਦਿੱਤੀ। ਕਿਸਨੇ ਬੇਟੇ ਸ਼ੁਰੂ ਕੀਤੀ? ਜੌਨ ਲਾਰੈਂਸ ਨੇ। ਹਾਂਜੀ, ਆਪਾਂ ਹੁਣ ਇਹ ਸਾਰੇ ਜਿਹੜੇ ਪੁਆਇੰਟਸ ਨੇ ਜੌਨ ਲਾਰੈਂਸ ਨੇ ਜੋ ਵੀ ਆਪਣੇ ਪ੍ਰਸ਼ਾਸਨ ਦੇ ਟਾਈਮ ਦੇ ਵਿੱਚ ਜੋ ਵੀ ਉਸਨੇ ਵਿਕਾਸ ਕੀਤੇ, ਜੋ ਵੀ ਆਪਣੇ ਲਈ ਸੁਧਾਰ ਕੀਤੇ, ਉਸ ਨੂੰ ਆਪਾਂ ਹੁਣ ਕੱਲ ਡਿਸਕਸ ਕਰਾਂਗੇ। ਇਹ ਕੁਐਸਚਨ ਆਪਾਂ ਦੁਬਾਰਾ ਕੱਲ ਡਿਸਕਸ ਕਰਾਂਗੇ। ਜੋ ਵੀ ਤੁਹਾਨੂੰ ਕੋਈ, ਤੁਸੀਂ ਸਭ ਨੇ ਕੁਐਸਚਨ ਨੂੰ ਰੀਡ ਕਰਨਾ ਹੈ, ਜੋ ਵੀ ਇਹਦੇ ਵਿੱਚ ਕੋਈ ਪ੍ਰੋਬਲਮਸ ਆਉਂਦੀ ਹੈ ਮੇਰੇ ਨਾਲ ਕੱਲ ਡਿਸਕਸ ਕਰਨੀ ਹੈ। ਓਕੇ ਸਟੂਡੈਂਟ।